ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ। ਪਾਤਸ਼ਾਹ ਕਹਿੰਦੇ, ਇੱਕ ਦੂ ਜੀਬਹੁ ਲੱਖ ਹੋਵੈ, ਲੱਖ ਹੋਵੈ ਲੱਖ ਵੀਸ। ਇਸ ਬਚਨ ਦੇ ਅੰਦਰ ਪਾਤਸ਼ਾਹ ਉਹਨਾਂ ਮੱਤਾਂ ਤੋਂ ਜਾਣੂ ਕਰਵਾਉਂਦੇ ਹਨ ਅਤੇ ਨਾਲ ਹੀ ਅਸਲੀ ਰਸਤਾ ਵੀ ਦੱਸਦੇ ਹਨ, ਕਿਉਂਕਿ ਜਿਹੜੀਆਂ ਪਿੱਛੇ ਮਾਨਤਾਵਾਂ ਚਲੀਆਂ ਆਉਂਦੀਆਂ ਸਨ, ਜਿਸ ਵੇਲੇ ਪਾਤਸ਼ਾਹ ਸ਼ਹੀਦ ਕਰਕੇ ਇਸ ਮਿਰਤ ਲੋਕ ਦੇ ਅੰਦਰ ਵਿਚਰਦੇ ਸਨ, ਉਹਨਾਂ ਧਾਰਮਿਕ ਆਗੂਆਂ ਨੂੰ ਜਾ ਕੇ ਮਿਲੇ ਜੋ ਧਰਮ ਦੇ ਨਾਂ ਦੇ ਉੱਪਰ ਆਪੋ ਆਪਣੀ ਮਨੌਤ ਨੂੰ ਲਾਗੂ ਕਰ ਰਹੇ ਸਨ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਜਾ ਕੇ ਆਖਿਆ ਕਿ ਮਨੌਤ ਜੇ ਲਾਗੂ ਹੀ ਕਰਨੀ ਹੈ ਤਾਂ ਪਰਮੇਸ਼ਰ ਵਾਲੀ ਕਰੋ, ਗੁਰ ਕੀ ਮੱਤ ਨੂੰ ਧਾਰਨ ਕਰੋ, ਆਪਣੀ ਮੱਤ ਨੂੰ ਛੱਡੋ। ਸੋ ਉਸ ਵੇਲੇ ਇੱਕ ਮੱਤ ਸੀ ਜੋ ਬੜੀ ਪ੍ਰਚਲਿਤ ਸੀ, ਅੱਜ ਵੀ ਹੈ, ਕਿ ਜੋ ਕਿਸੇ ਇੱਕ ਸ਼ਬਦ ਨੂੰ ਲੈ ਕੇ ਬਾਰ-ਬਾਰ ਪੜ੍ਹੀ ਜਾ ਰਹੀ ਸੀ। ਪੜ੍ਹਦੇ ਜ਼ਰੂਰ ਸਨ ਪਰ ਪ੍ਰਾਪਤੀ ਕੋਈ ਨਹੀਂ ਸੀ। ਜਿਵੇਂ ਉਸ ਵੇਲੇ ਜੋਗੀ ਸਨ ਜੋ ਗੋਰਖ ਕਰਦੇ ਸਨ, ਪੰਡਤ ਸੀ ਜੋ ਰਾਮ ਰਾਮ ਕਰਦਾ ਸੀ ਤੇ ਅੱਜ ਵੀ ਕਰਦਾ। ਇਸਲਾਮ ਮਤ ਵਿੱਚ ਵੀ ਇਸ ਗੱਲ ਦਾ ਕਾਫੀ ਪ੍ਰਚਾਰ ਹੈ, ਜੋ ਤਸਬੀਹ ਫੇਰਦੇ ਹਨ, ਕੋਈ ਅੱਲਾ ਅੱਲਾ ਕਰਦਾ ਤੇ ਕਈ ਤਸਬੀਹ ਦੇ ਇੱਕ ਮਣ ਕੇ ਤੇ ਵੱਖਰੋ ਵੱਖਰਾ ਨਾਮ ਲੈਂਦੇ ਹਨ। ਉਸ ਵੇਲੇ ਵੀ ਇਹ ਮੱਤਾਂ ਪ੍ਰਚਲਿਤ ਸਨ ਤੇ ਅੱਜ ਵੀ ਹਨ, ਭਾਵੇਂ ਪਾਤਸ਼ਾਹੀਆਂ ਨੇ ਬੜਾ ਉਹਨਾਂ ਨੂੰ ਉਪਦੇਸ਼ ਦਿੱਤਾ। ਸੋ ਅੱਜ ਸਿੱਖ ਮੱਤ ਦੇ ਅੰਦਰ ਵੀ ਇਹ ਵਿਚਾਰਧਾਰਾ ਪ੍ਰਚਲਿਤ ਹੈ, ਜਿਸ ਵਿੱਚ ਮਾਲਾ ਫੇਰੀ ਜਾਂਦੀ ਹੈ। ਸੋ ਕੋਈ ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਫੇਰਦਾ, ਕੋਈ ਏਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਸੋ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ, ਕੋਈ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਾ। ਸਿੱਖਾਂ ਵਿੱਚ ਵੀ ਅੱਜ ਬੜੀਆਂ ਸੰਪਰਦਾਵਾਂ ਹਨ। ਸੋ ਹਰ ਇੱਕ ਸੰਪਰਦਾ ਦੀ ਆਪੋ ਆਪਣੀ ਮੱਤ ਹੈ। ਜਦ ਕਿ 10ਵੇਂ ਪਾਤਸ਼ਾਹ ਨੇ ਪੰਥ ਬਣਾਇਆ, ਸੰਪਰਦਾ ਨਹੀਂ। ਸੋ ਬਾਹਰੋਂ ਤਾਂ ਸਭ ਗੁਰਬਾਣੀ ਦੀ ਹੀ ਗੱਲ ਕਰਦੇ ਹਨ, ਪਰ ਇੱਕ ਸਾਖੀ ਆਮ ਸਾਡੇ ਪ੍ਰਚਾਰਕ ਨੇ ਜੋ ਸੰਸਾਰੀ ਧਾਰਮਿਕ ਜਾਂ ਸੰਸਾਰੀ ਸੰਤ ਉਹ ਸੁਣਾਉਂਦੇ ਹਨ। ਇਸੇ ਦੇ ਪਰਥਾਏ ਜਿਹੜਾ ਇਹ ਬਚਨ ਲਿਖਿਆ ਸਾਹਿਬ ਨੇ ਕਿ ਸ਼ਿਵ ਜੀ ਨੇ ਵਿਸ਼ਨੂੰ ਨੂੰ ਕਿਹਾ ਕਿ ਤੂੰ ਮੇਰੀ ਬਰਾਬਰੀ ਕਰਦਾ ਹੈ, ਮੇਰਾ ਬੈਲ ਧਰਤੀ ਚੁੱਕੀ ਖੜਾ ਹੈ, ਜਿਸ ਨੂੰ ਦਾਮੀ ਦਵਾ ਦੇ। ਧਰਤੀ ਕਹਿੰਦੇ ਆ ਵੀ ਸ਼ੇਸ਼ ਨਾਗ ਨੇ ਚੁੱਕੀ ਤੇ ਸ਼ੇਸ਼ ਨਾਗ ਕਹਿੰਦਾ ਵੀ ਮੈਂ ਕਿਵੇਂ ਚੁੱਕ ਸਕਦਾ, ਤਾਂ ਵਿਸ਼ਨੂੰ ਕਹਿੰਦਾ ਚੁੱਕ ਲੈ, ਮੇਰੇ ਸਾਰੇ ਨਾਮ ਬਾਰੀ ਬਾਰੀ ਬੋਲ, ਜਦੋਂ ਤੱਕ ਖਤਮ ਨਹੀਂ ਹੁੰਦੇ ਤੂੰ ਚੁੱਕ ਲੈ, ਇਹ ਤਾਕਤ ਤੈਨੂੰ ਮਿਲਦੀ ਰਹੂ ਉਦੋਂ ਤੱਕ। ਹੁਣ ਕਈ ਕਹਿੰਦੇ ਹਨ 1000 ਜੀਭ ਹੈ ਸ਼ੇਸ਼ ਨਾਗ ਦੀ, ਕਿਤੇ ਆਖਦੇ ਹਨ 10,000 ਹੈ, ਕੋਈ ਕੁਝ ਆਖਦਾ, ਕੋਈ ਕੁਝ ਆਖਦਾ। ਪਾਤਸ਼ਾਹ ਕਹਿੰਦੇ ਵੀ ਚਲੋ ਛੱਡੋ ਹਜ਼ਾਰਾਂ ਨੂੰ, ਤੁਸੀਂ ਲੱਖਾਂ ਹੀ ਕਹਿ ਲਓ, ਲੱਖਾਂ ਦੇ ਵੀ 20 ਲੱਖ ਕਹਿ ਲਓ, ਕਹਾਣੀ ਬਣਾਉਣੀ ਹੈ, ਕਿਹੜਾ ਕੋਈ ਜ਼ੋਰ ਲੱਗਦਾ ਹੈ। ਚਲੋ ਜੀ, ਕਹਿੰਦੇ ਸ਼ੇਸ਼ ਨਾਗ ਮੰਨ ਗਿਆ, ਪਰ ਕਹਿੰਦਾ ਮੈਂ ਹਰ ਜ਼ੁਬਾਨ ਨਾਲ ਅਲੱਗ-ਅਲੱਗ ਨਾਮ ਬੋਲੂੰਗਾ ਤੇ ਇੱਕ ਵਾਰ ਬੋਲਣ ਨਾਲ 10,000 20,000 20 ਲੱਖ ਨਾਮ ਬੋਲੇ ਜਾਣਗੇ।
ਨਾਮ ਛੇਤੀ ਮੁੱਕਣਗੇ ਤੇ ਮੇਰਾ ਛੁਟਕਾਰਾ ਹੋਵੇਗਾ। ਸੋ ਲਓ ਜੀ, ਲੱਗ ਗਿਆ ਬੋਲਣ, ਨਾਮ ਮੁੱਕਣ ਹੀ ਨਾ। ਕਹਿੰਦੇ ਆ ਨਾ ਵੀ ਅੱਜ ਤੱਕ ਸ਼ੇਸ਼ ਨਾਗ ਨਾਮ ਜਪੀ ਜਾ ਰਿਹਾ ਤੇ ਨਾਮ ਮੁੱਕਦੇ ਨਹੀਂ, ਤੇ ਉਸੇ ਤਰ੍ਹਾਂ ਧਰਤੀ ਚੁੱਕੀ ਖੜਾ ਹੈ। ਇਹ ਇੱਕ ਕਹਾਣੀ ਹੈ ਸਨਾਤਨ ਮਤ ਦੇ ਅੰਦਰ, ਪਰ ਅੱਜ ਸਾਡੇ ਸਿੱਖ ਮਤ 'ਚ ਵੀ ਸੁਣਾਈਆਂ ਜਾਂਦੀਆਂ ਨੇ। ਅਸਲ ਵਿੱਚ ਇਹਨਾਂ ਕਹਾਣੀਆਂ ਵਿੱਚ ਕੁਝ ਗੱਲਾਂ ਸਿੱਧੀਆਂ ਨਹੀਂ ਕਹੀਆਂ, ਨਾ ਹੀ ਕਹੀਆਂ ਜਾ ਸਕਦੀਆਂ ਹਨ, ਕਿਉਂਕਿ ਜਿਹੜੇ ਸਿਆਣੇ ਪੁਰਸ਼ ਹੁੰਦੇ ਆ ਉਹ ਕੁਝ ਗੱਲ ਨੂੰ ਰਮਜ ਨਾਲ ਵੀ ਕਹਿੰਦੇ ਆ, ਜਿਵੇਂ ਬੁਝਾਰਤ ਨਾਲ ਕਹਿੰਦੇ ਆ, ਪਰ ਰਮਜਾਂ ਆਮ ਲੋਕਾਂ ਦੀ ਸਮਝ ਵਿੱਚ ਕਿੱਥੇ ਆਉਂਦੀਆਂ ਹਨ। ਹੇ ਮੇਰੇ ਮਨਾਂ, ਲੋਕੀ ਤਾਂ ਫਿਰ ਉਹਨਾਂ ਗੱਲਾਂ ਤੇ ਭਰੋਸਾ ਕਰਦੇ ਹਨ ਤੇ ਜੁੜ ਜਾਂਦੇ ਹਨ, ਕਿਤੋਂ ਹਟਦੇ ਆ ਪਿੱਛੇ। ਫਿਰ ਭਾਵੇਂ ਸਾਖੀ ਵਾਲਾ ਰਮਜ ਛੱਡ ਕੇ ਸਿੱਧਾ ਵੀ ਸਮਝਾਈ ਜਾਵੇ ਤਾਂ ਵੀ ਨਹੀਂ ਮੰਨਦੇ। ਸੋ ਉਸ ਦੀ ਗੱਲ ਦਾ ਮਤਲਬ ਵੀ ਆਪਣੀ ਮਰਜ਼ੀ ਨਾਲ ਹੀ ਬਣਾ ਲੈਂਦੇ ਆ। ਸੋ ਰਮਜ ਛੱਡ ਮਨੁੱਖ ਵੀ ਲੱਗ ਗਿਆ ਰੱਬ ਦਾ ਨਾਂ ਲੈਣ, ਚੱਲ ਰਿਹਾ ਜ਼ੋਰਾਂ ਸ਼ੋਰਾਂ ਤੇ ਜੇ ਕੋਈ ਪੁੱਛੇ ਵੀ ਤੁਹਾਡੇ ਸਿਰ ਕਿਹੜੀ ਧਰਤੀ ਦਾ ਭਾਰ ਹੈ, ਜਦੋਂ ਇਹ ਸਾਖੀ ਸੁਣਾਉਂਦੇ ਹੋ ਵੀ ਚਲੋ ਸ਼ੇਸ਼ ਨਾਗ ਦੇ ਸਿਰ ਤੇ ਤਾਂ ਭਾਰ ਹੈ, ਉਹ ਆਪਣਾ ਭਾਰ ਘੱਟ ਕਰਨਾ ਚਾਹੁੰਦਾ ਤਾਂ ਨਾਮ ਜਪਦਾ, ਪਰ ਹੁਣ ਤੁਹਾਡੀ ਸਿਰ ਤੇ ਕਿਹੜੀ ਧਰਤੀ ਦਾ ਭਾਰ ਹੈ ਜੋ ਲਾਉਣ ਲੱਗੇ ਹੋਏ ਹੋ। ਤੇ ਬਸ ਇੰਨਾ ਕਹਿਣ ਦੀ ਦੇਰੀ ਹੈ, ਤੇਰੇ ਛਿੱਤਰ ਲਾ ਲੈਂਦੇ, ਮਾਰਨ ਲੱਗ ਜਾਂਦੇ ਆ, ਗਾਲਾਂ ਕੱਢਦੇ ਆ ਕਿ ਤੂੰ ਬੜਾ ਗਿਆਨੀ ਹੋ ਗਿਆ, ਐਡੇ ਐਡੇ ਮਹਾਂਪੁਰਖ ਸੀ, ਉਹ ਐਵੇਂ ਹੀ ਸੀ, ਤੂੰ ਜਾ ਐਵੇਂ ਛਿੱਤਰ ਨਾ ਖਾ ਲਈ ਸਤ। ਸੋ ਇਹ ਹਾਲ ਹੈ ਮਨਾ ਤੇਰਾ, ਤੂੰ ਵੀ ਸੱਚ ਸੁਣ ਕੇ ਰਾਜੀ ਨਹੀਂ ਹੈ, ਤੇ ਜਿੰਨਾ ਚਿਰ ਸੱਚ ਨਹੀਂ ਸੁਣਦਾ ਮਨਾ ਉਹਨਾਂ ਚਿਰ ਤੇਰਾ ਖਹਿੜਾ ਵੀ ਨਹੀਂ ਛੁੱਟਣਾ। ਜਿਹੜੀ ਪੰਡ ਹਉਮੈ ਦੀ ਤੂੰ ਚੁੱਕੀ ਹੋਈ ਹੈ, ਜਪਣਾ ਤੈਨੂੰ ਵੀ ਨਾਮ ਹੀ ਪੈਣਾ, ਪਰ ਨਾਮ ਤੈਨੂੰ ਗੁਰਮਤ ਵਾਲਾ ਜਪਣਾ ਪਊਗਾ, ਨਾਮ ਤੈਨੂੰ ਗੁਰਬਾਣੀ ਵਾਲਾ ਜਪਣਾ ਪਊਗਾ। ਸੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇੱਕ ਛੱਡੋ, ਦੋ ਛੱਡੋ, 20 ਲੱਖ ਜੀਵਾਂ ਵੀ ਹੋ ਜਾਣ, ਕੋਈ ਰੌਲਾ ਨਹੀਂ। ਸੋ ਸ਼ੇਸ਼ ਨਾਗ ਦੀ ਇੱਛਾ ਸੀ ਕਿ ਧਰਤੀ ਦਾ ਭਾਰ ਛੇਤੀ ਲੈ ਜਾਵੇ, ਉਹ ਇੱਛਾ ਹਾਲੇ ਤੱਕ ਪੂਰੀ ਨਹੀਂ ਹੋਈ, ਇੰਨਾ ਨਾਮ ਜਪਣ ਦੇ ਬਾਵਜੂਦ ਵੀ। ਸੋ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ, ਪੰਡਤ ਨੂੰ, ਵੀ ਜਿਸ ਨੂੰ ਤੁਸੀਂ ਨਾਮ ਕਹਿੰਦੇ ਹੋ, ਜਿਸ ਦੀਆਂ ਹਜ਼ਾਰਾਂ ਜੀਭਾਂ ਨੇ, ਉਸ ਦੀ ਇੱਛਾ ਪੂਰੀ ਨਹੀਂ ਹੋਈ ਭਾਈ, ਕੁਝ ਤਾਂ ਅਕਲ ਨੂੰ ਹੱਥ ਮਾਰੋ, ਤੁਹਾਡੇ ਕੋਲ ਤਾਂ ਫਿਰ ਇੱਕੋ ਹੀ ਜੀਵ ਹੈ, ਫਿਰ ਤੁਹਾਡਾ ਕੀ ਬਣੂ? ਤੁਸੀਂ ਵੀ ਆਪਣਾ ਕੋਈ ਫਿਕਰ ਕਰੋ। ਜੇ ਸ਼ੇਸ਼ ਨਾਗ ਨੂੰ ਪ੍ਰਾਪਤ ਕੁਝ ਨਹੀਂ ਹੋਇਆ ਤੇ ਮਨਾ ਪ੍ਰਾਪਤ ਤੈਨੂੰ ਵੀ ਕੁਝ ਨਹੀਂ ਹੋਣਾ। ਕਿੱਡੀ ਵੱਡੀ ਗੱਲ ਕਹੀ ਪਾਤਸ਼ਾਹ ਨੇ ਇਸ ਬਚਨ ਵਿੱਚ, ਸਿਰਾ ਕਰਕੇ ਰੱਖ ਦਿੱਤਾ। ਪਰ ਮੂਰਖ ਮਨ ਨੇ ਅਰਥ ਹੀ ਬਦਲ ਲਏ, ਆਪ ਵੀ ਲੱਗ ਗਿਆ ਨਾਮ ਲੈਣ, ਪੁੱਛਿਆ ਨਹੀਂ ਗੁਰਬਾਣੀ ਤੋਂ। ਮਰਜ਼ੀ ਦਾ ਫਲ ਫਿਰ ਇਹੀ ਹੁੰਦਾ ਹੈ। ਸੋ ਗੁਰਬਾਣੀ ਕਹਿੰਦੀ ਹੈ, ਜਿਹੜਾ ਆਪਣੀ ਮਰਜ਼ੀ ਨਾ ਕਰੇ, ਸੋ ਨੰਗਾ ਦੋਜਕ ਚੱਲ ਯਾਰਾ, ਦੀਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਸੋ ਆਪਾਂ ਕੁਛ ਬਚਨ ਗੁਰਬਾਣੀ ਚੋਂ ਵੀ ਦੇਖਾਂਗੇ। ਹੁਣੇ ਮੈਂ ਇੱਥੇ ਗੱਲ ਕਹਿ ਤਾਂ ਦਿੱਤੀ, ਕਈਆਂ ਦੇ ਮਨ ਵਿੱਚ ਇਤਰਾਜ਼ ਵੀ ਹੋਵੇਗਾ। ਕਿ ਮਾਲਾ ਫੇਰਨ ਬਾਰੇ ਆਖਿਆ, ਮਾਲਾ ਤਾਂ ਹੁਣ ਅਸੀਂ ਵੀ ਫੇਰਦੇ ਹਾਂ, ਇਹ ਨਹੀਂ ਗੱਲ ਕਿ ਨਹੀਂ ਫੇਰਦੇ। ਮਾਲਾ ਦਾ ਵਿਰੋਧ ਨਹੀਂ ਕੀਤਾ ਗੁਰਬਾਣੀ ਨੇ, ਸਗੋਂ ਪਾਤਸ਼ਾਹ ਨੇ ਦੱਸਿਆ ਕਿ ਉਹ ਮਾਲਾ ਫੇਰੋ ਜਿਹੜੀ ਮਾਲਾ ਤੁਹਾਡੇ ਨਾਲ ਜਾਂਦੀ ਹੈ। ਜਿਹੜੀ ਮਾਲਾ ਇਸੇ ਸੰਸਾਰ 'ਚ ਰਹਿ ਜਾਣੀ ਹੈ, ਉਹਨੂੰ ਨਾ ਫੇਰੋ। ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਮੇਰੀ ਸਿਮਰਨੀ, ਰਸਨਾ ਉੱਪਰ ਰਾਮ, ਇਹ ਅਸਲੀ ਮਾਲਾ ਹੈ। ਸੋ ਮਾਲਾ ਦੇ ਉੱਪਰ ਮੈਂ ਇੱਕ ਵੱਖਰੀ ਰਿਕਾਰਡਿੰਗ ਕੀਤੀ ਹੋਈ ਹੈ, ਜਿਹੜੀ ਤਕਰੀਬਨ ਘੰਟੇ 1.5 ਘੰਟੇ ਦੀ ਹੈ। ਪੂਰੀ ਗੁਰਬਾਣੀ 'ਚ ਖੋਜ ਕਰਕੇ ਵੀ
ਅਸਲੀ ਮਾਲਾ ਕਿਹੜੀ ਹੈ, ਨਕਲੀ ਮਾਲਾ ਕਿਹੜੀ ਹੈ, ਕਿਹੜੀ ਮਾਲਾ ਫੇਰੇ ਤੇ ਪ੍ਰਾਪਤੀ ਹੁੰਦੀ ਹੈ, ਕਿਹੜੀ ਮਾਲਾ ਫੇਰੇ ਤੇ ਵਿਅਰਥ ਜੀਵਨ ਜਾਂਦਾ ਹੈ। ਸੋ ਗੁਰਬਾਣੀ ਚੋਂ ਕੁਛ ਮੈਂ ਬਚਨ ਇੱਥੇ ਸੁਣਾਵਾਂਗਾ। ਪਾਤਸ਼ਾਹ ਕਹਿੰਦੇ ਆ ਪੰਡਤ ਸ਼ਾਸਤਰ ਸਿਮਰਤ ਪੜ੍ਹਿਆ। ਦੇਖੋ ਹੁਣ ਪਾਤਸ਼ਾਹ ਕਹਿੰਦੇ ਪੰਡਤ ਨੇ ਇਹ ਕੁਛ ਪੜ੍ਹਿਆ, ਅਸੀਂ ਨਹੀਂ ਪੜ੍ਹਿਆ, ਕਹਿੰਦੇ ਪੰਡਤ ਨੇ। ਪੰਡਤ ਦਾ ਪੜ੍ਹਨਾ ਹੋਰ ਤਰੀਕੇ ਦਾ, ਗੁਰਮੁਖ ਦਾ ਪੜ੍ਹਨਾ ਹੋਰ ਤਰੀਕੇ ਦਾ। ਪੜ੍ਹਦਾ ਗੁਰਮੁਖ ਵੀ ਹੈ, ਪੜ੍ਹਦਾ ਪੰਡਤ ਵੀ ਹੈ। ਪੜ੍ਹਨ 'ਚ ਫਰਕ ਹੈ। ਪੜ੍ਹਦਾ ਉਹ ਬੱਚਾ ਵੀ ਹੈ ਜਿਹੜਾ ਮੈਰਿਟ ਲਿਸਟ ਵਿੱਚ ਆਉਂਦਾ, ਪੜ੍ਹਦਾ ਉਹ ਬੱਚਾ ਵੀ ਜਿਹੜਾ ਫੇਲ ਹੋ ਜਾਂਦਾ। ਅੱਖਰ ਉਹੀ ਹੁੰਦੇ ਨੇ, ਸਬਜੈਕਟ ਉਹੀ ਹੈ, ਪਰ ਪੜ੍ਹਨ 'ਚ ਫਰਕ ਹੈ। ਪੰਡਤ ਸ਼ਾਸਤਰ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ। ਕਹਿੰਦੇ ਹੁਣ ਜੋਗੀ ਨੇ ਜਿਹੜੇ ਉਹ ਗੋਰਖ ਕਰਦੇ ਆ। ਮੈਂ ਮੂਰਖ ਹਰ ਜਪ ਪੜ੍ਹਿਆ। ਆਹ ਗੱਲ ਪਾਤਸ਼ਾਹ ਕਹਿੰਦੇ ਵੀ ਮੈਂ ਇਹ ਗੱਲ ਪੜ੍ਹੀ ਹੈ, ਮੈਂ ਮੂਰਖ, ਕਿਉਂਕਿ ਉਹ ਇਹਨਾਂ ਨੂੰ ਮੂਰਖ ਹੀ ਕਹਿੰਦੇ ਸੀ। ਕੋਈ ਕਹੇ ਭੂਤਨਾ, ਕੋ ਕਹੇ ਵਿਤਾਲਾ। ਜਦੋਂ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬਾਨਾਂ ਨੇ ਉਹਨਾਂ ਧਾਰਮਿਕ ਆਗੂਆਂ ਨੂੰ ਇਹ ਗੱਲ ਕਹੀ ਵੀ ਤੁਸੀਂ ਗਲਤ ਨਾਮ ਜਪਦੇ ਹੋ, ਤੇ ਜੇ ਅੱਜ ਵੀ ਅਸੀਂ ਕਿਸੇ ਨੂੰ ਕਹੀਏ ਤਾਂ ਅਗਲਾ ਸਾਡੀ ਤਾਂ ਫਿਰ ਵਿਰੋਧਤਾ ਹੀ ਕਰੂਗਾ ਨਾ। ਉਸ ਵੇਲੇ ਪਾਤਸ਼ਾਹੀਆਂ ਦੀ ਹੁੰਦੀ ਸੀ। ਹੁਣ ਇਹ ਗੱਲ ਨੂੰ ਐਵੇਂ ਨਾ ਸਮਝ ਲਿਓ ਵੀ ਕਿਤੇ ਆਪਣੇ ਆਪ ਨੂੰ ਪਾਤਸ਼ਾਹੀਆਂ ਨਾਲ ਕੰਪੈਰੀਜ਼ਨ ਕਰਦਾ, ਉਹਨਾਂ ਨਾਲ ਮਿਲਾਉਂਦਾ। ਮੈਂ ਇਹ ਨਹੀਂ ਗੱਲ ਕਹਿ ਰਿਹਾ, ਮੈਂ ਤਾਂ ਬਹੁਤ ਗੁਨਾਹਗਾਰ ਹਾਂ, ਔਗਣਾਂ ਦਾ ਭਰਿਆ ਪਿਆ, ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈ, ਪਰ ਮੈਂ ਸ਼ੁਕਰਗੁਜ਼ਾਰ ਹਾਂ ਗੁਰਬਾਣੀ ਦਾ ਕਿ ਜਿਹਨੇ ਮੈਨੂੰ ਸੋਝੀ ਬਖਸ਼ੀ, ਚਾਹੇ ਥੋੜ੍ਹੀ ਬਖਸ਼ੀ ਹੈ। ਮੈਂ ਮੂਰਖ ਹਰ ਜਪ ਪੜ੍ਹਿਆ, ਨਾ ਜਾਨਾ ਕਿਆ ਗਤ ਰਾਮ ਹਮਾਰੀ। ਹੁਣ ਹਰ ਭਜ, ਹੁਣ ਹਰ ਦਾ ਭਜਣਾ ਕੀ ਹੁੰਦਾ? ਭਜਣ ਦਾ ਅਰਥ ਹੁੰਦਾ ਜੁੜ ਜਾਣਾ। ਭਜਣ ਦਾ ਵਿਪਰੀਤ ਸ਼ਬਦ ਹੈ ਤਜ। ਤਜ ਦਾ ਅਰਥ ਹੁੰਦਾ ਛੱਡਣਾ। ਅਸੀਂ ਹਰ ਦੇ ਨਾਲ ਜੁੜਨਾ। ਮਨ ਮੇਰੇ ਤਰ ਭਵਜਲ ਤੂੰ ਤਾਰੀ। ਫੇਰ ਮਨ ਨੇ ਤਰਨਾ। ਉਨਾ ਚਿਰ ਮਨ ਤਰ ਨਹੀਂ ਸਕਦਾ ਜਿੰਨਾ ਚਿਰ ਕਿਸੇ ਨਾਲ ਜੁੜਦਾ ਨਹੀਂ। ਮਨ ਨੇ ਆਪਣੇ ਮੂਲ ਨਾਲ ਜੁੜਨਾ। ਮੂਲ ਨੇ ਹੀ ਇਹਨੂੰ ਭਵਸਾਗਰ ਤੋਂ ਪਾਰ ਲੈ ਕੇ ਜਾਣਾ। ਪਾਤਸ਼ਾਹ ਕਹਿੰਦੇ ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ। ਦੇਖੋ ਉਹ ਰਾਮ ਨਾਮ ਉਚਾਰਨ ਕਰਦਾ, ਜਿਵੇਂ ਅੱਜ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ, ਇਹ ਉਚਾਰਨ ਹੈ। ਹੁਣ ਇਹਨੂੰ ਅਸੀਂ ਜਪਣਾ ਮੰਨ ਲਿਆ, ਅਸੀਂ ਮੰਨੇ ਆ, ਸੱਚਖੰਡ ਨੇ ਨਹੀਂ ਮੰਨਿਆ, ਅਸੀਂ ਮੰਨਦੇ ਹਾਂ ਵੀ ਇਹ ਜਪ ਰਹੇ ਹਾਂ। ਅਸੀਂ ਕਿਸੇ ਚੀਜ਼ ਨੂੰ ਪੜ੍ਹਦੇ ਹਾਂ। ਪੜ੍ਹਨਾ ਤੇ ਜਪਣ 'ਚ ਫਰਕ ਹੈ। ਤਾਂ ਹੀ ਲਿਖਿਆ ਨਾ ਪੜ੍ਹ ਪੜ੍ਹ ਗੱਡੇ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਉੱਥੇ ਫਿਰ ਕਿਉਂ ਲਿਖਿਆ ਵੀ ਤੁਸੀਂ ਪੜ੍ਹ ਕੇ ਹੀ ਆਪਣੇ ਸਿਰ ਦੇ ਉੱਪਰ ਭਾਰ ਲੱਦ ਲਿਆ। ਇੱਕ ਪੜ੍ਹਨਾ ਨਹੀਂ ਸੀ, ਜਪਣਾ ਹੈ। ਅਸੀਂ ਜੋ ਪੜ੍ਹਿਆ ਉਹਦੇ 'ਚੋਂ ਜਪ ਵੀ ਨਾਲ ਕਰਨਾ। ਸਾਡੇ ਕੋਲ ਸਭ ਤੋਂ ਸ੍ਰੇਸ਼ਟ ਹੈ ਜਪ। ਜਪ ਦਾ ਅਰਥ ਹੁੰਦਾ ਸਮਝਣਾ। ਜੋ ਪੜ੍ਹਿਆ ਉਹਨੂੰ ਸਮਝਿਆ। ਮਨ ਸਮਝਾਵਣ ਕਾਰਨ, ਸਮਝਾਵਣ ਉਹਦੇ ਕਾਰਨ ਕੀ ਹੈ? ਕਛੁਕ ਪੜ੍ਹੀ ਹੈ ਗਿਆਨ। ਗਿਆਨ ਪੜ੍ਹਨਾ, ਸਮਝਾਉਣਾ ਮਨ ਨੂੰ ਹੈ। ਸਮਝਾਉਣਾ ਜਪ ਹੈ, ਪੜ੍ਹਨਾ ਗਿਆਨ ਹੈ। ਇਸੇ ਕਰਕੇ ਪਾਤਸ਼ਾਹ ਨੇ ਲਿਖਿਆ, ਕਹਿੰਦੇ ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾ ਹੈ। ਹੁਣ ਮੁਸਲਮਾਨ ਕਹਿੰਦੇ ਵੀ ਸਾਡਾ ਇੱਕੋ ਹੀ ਖੁਦਾ ਹੈ, ਹੋਰ ਕੋਈ ਹੈ ਹੀ ਨਹੀਂ। ਉਸ ਗੱਲ ਤੇ ਖੜ ਗਏ। ਕਬੀਰ ਕਾ ਸੁਆਮੀ ਰਿਹਾ ਸਮਾਏ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮੇਰਾ ਸੁਆਮੀ ਹੈ ਉਹ ਤਾਂ ਸਾਰਿਆਂ 'ਚ ਹੀ ਹੈ। ਮੈਂ ਤਾਂ ਉਹਨੂੰ ਜਪਦਾ ਜਿਹੜਾ ਸਾਰਿਆਂ 'ਚ ਹੈ। ਫਿਰ ਗੁਰਬਾਣੀ ਨੇ ਇਹ ਵੀ ਸਵਾਲ ਕੀਤਾ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਹੇ ਮੇਰੇ ਮਨਾ, ਕੀ ਇਹ ਗੱਲ ਤੇਰੇ ਤੇ ਨਹੀਂ ਲਾਗੂ ਹੋਊਗੀ ਅੱਜ? ਜੇ ਉਸ ਵੇਲੇ ਰਾਮ ਰਾਮ ਕਹਿਣ ਵਾਲਿਆਂ ਨੂੰ ਪਾਤਸ਼ਾਹੀਆਂ ਨੇ ਭਗਤ ਸਾਹਿਬਾਨਾਂ ਨੇ ਆਖਿਆ, ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਗਤ ਪ੍ਰਗਟ ਹੋਊਗਾ ਇਸ ਮਿਰਤ ਲੋਕ ਦੇ ਅੰਦਰ, ਉਹ ਸਾਨੂੰ ਵੀ ਆਖ ਸਕਦਾ ਕਿ ਵਾਹਿਗੁਰੂ ਵਾਹਿਗੁਰੂ ਕਰਤੇ ਸਭ ਸਿੱਖ ਫਿਰੈ, ਵਾਹਿਗੁਰੂ ਨਾ ਪਾਇਆ ਜਾਏ। ਫਿਰ ਅਸੀਂ ਵੀ ਉਹਦਾ ਵਿਰੋਧ ਕਰਾਂਗੇ। ਇਹ ਨਹੀਂ ਕਿ ਅਸੀਂ ਉਹਦਾ ਨਮਸਕਾਰ ਕਰਾਂਗੇ, ਅਸੀਂ ਵੀ ਉਹਦਾ ਵਿਰੋਧ ਕਰਾਂਗੇ ਜਿਵੇਂ ਪਾਤਸ਼ਾਹੀਆਂ ਦਾ ਕੀਤਾ ਗਿਆ, ਭਗਤ ਸਾਹਿਬਾਨਾਂ ਦਾ ਕੀਤਾ ਗਿਆ। ਇਹ ਸੁਭਾਵਿਕ ਹੈ ਕਿ ਹੋਊਗਾ।
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਿਉਂ ਨਹੀਂ ਪਾਇਆ ਜਾਂਦਾ? ਕਹਿੰਦੇ ਅਗਮ ਅਗੋਚਰ ਅਤ ਵੱਡਾ, ਅਤੁੱਲ ਨਾ ਤੁਲਿਆ ਜਾਏ। ਉਹ ਤਾਂ ਅਗਮ ਅਗੋਚਰ ਹੈ, ਉਹ ਤਾਂ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਹੁਣ ਦੇਖੋ ਪਾਤਸ਼ਾਹ ਕਹਿੰਦੇ ਕੋਈ ਬੋਲੇ, ਕੋਈ ਬੋਲਦਾ ਹੈ। ਅਸੀਂ ਨਹੀਂ ਕਹਿੰਦੇ ਬੋਲਦੇ, ਕੋਈ ਬੋਲਦਾ ਹੈ। ਕੋਈ ਖੁਦਾਏ ਕੋਈ ਸੇਵੇ ਗੋਸਈਆਂ ਕੋਈ ਅਲਾਏ। ਕੋਈ ਇਸ ਤਰ੍ਹਾਂ ਕੁਛ ਕਰ ਰਿਹਾ ਹੈ, ਪਾਤਸ਼ਾਹ ਕਹਿੰਦੇ, ਪਰ ਮੈਂ ਨਹੀਂ ਕਰਦਾ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਹੁਣ ਜਿਹੜਾ ਕਾਰਨ ਕਰਨ ਕਰੀਮ ਹੈ, ਇਹਦੇ ਬਾਰੇ ਨਹੀਂ ਪਤਾ। ਜੇ ਤਾਂ ਇਹਦੇ ਬਾਰੇ ਪਤਾ ਹੁੰਦਾ ਤਾਂ ਕਿਰਪਾ ਧਾਰੀ ਰਹੀਮ, ਫਿਰ ਉਹਨਾਂ ਦੇ ਉੱਪਰ ਕਿਰਪਾ ਵੀ ਹੁੰਦੀ, ਉਹਨਾਂ ਦੇ ਉੱਪਰ ਮਿਹਰ ਵੀ ਹੁੰਦੀ ਹੈ। ਜਿਹਨੂੰ ਕਾਰਨ ਦਾ ਪਤਾ ਲੱਗ ਜਾਂਦਾ ਹੈ, ਜਿੰਨਾ ਚਿਰ ਕਾਰਨ ਦਾ ਨਹੀਂ ਪਤਾ ਲੱਗਦਾ ਉਨਾ ਚਿਰ ਨਹੀਂ ਹੈ। ਹੁਣ ਸਾਨੂੰ ਕਾਰਨ ਤਾਂ ਪਤਾ ਹੀ ਨਹੀਂ ਕੋਈ। ਜਿਵੇਂ ਕੋਈ ਬਿਮਾਰੀ ਲੱਗ ਗਈ, ਉਹ ਡਾਕਟਰ ਪਹਿਲਾਂ ਕਾਰਨ ਪੁੱਛਦਾ ਵੀ ਕੀ ਕਾਰਨ ਕਰਕੇ ਲੱਗੀ, ਫਿਰ ਦਵਾਈ ਦਿੰਦਾ। ਇਸੇ ਤਰ੍ਹਾਂ ਹੀ ਮੇਰੇ ਮਨਾ ਤੈਨੂੰ ਪਤਾ ਤਾਂ ਲੱਗੇ ਵੀ ਕਾਰਨ ਕੀ ਹੈ, ਕਿਹੜਾ ਕਾਰਨ ਹੈ। ਤੂੰ ਭਵ ਸਾਗਰ ਵਿੱਚ ਆ ਗਿਆ, ਹੁਣ ਭਵ ਸਾਗਰ ਚੋਂ ਬਾਹਰ ਜਾਣ ਦਾ ਕੀ ਕਾਰਨ ਹੈ, ਕਿਵੇਂ ਨਿਕਲੇਗਾ? ਰਹਾਓ ਰੱਬ ਦਾ ਵਚਨ ਹੈ, ਪਾਤਸ਼ਾਹ ਨੇ ਆਖਿਆ। ਹੇ ਮੇਰੇ ਮਨਾ, ਹੁਣ ਤੂੰ ਇਹਨਾਂ ਵਚਨਾਂ ਦੀ ਵਿਚਾਰ ਕਰ, ਜਾਂ ਕਿਸੇ ਹਰਕੇ ਸੰਤ ਤੋਂ ਸਮਝ, ਤਾਂ ਜੋ ਸੋਝੀ ਮਿਲ ਸਕੇ। ਕਿਉਂਕਿ ਸਮਾਂ ਜਿਹੜਾ ਬਹੁਤ ਕੀਮਤੀ ਹੈ, ਕੋਈ ਐਵੇਂ ਸਮਾਂ ਨਹੀਂ ਹੈਗਾ ਜਿਹੜਾ ਮਿਲਿਆ ਹੋਇਆ। ਹੁਣ ਕੁਝ ਬਚਨ ਮੈਂ ਗੁਰਬਾਣੀ ਚੋਂ ਉਹ ਤੁਹਾਡੇ ਅੱਗੇ ਰੱਖਾਂਗਾ ਮਾਲਾ ਬਾਰੇ ਹੀ। ਜਿਵੇਂ ਪਾਤਸ਼ਾਹ ਕਹਿੰਦੇ ਅੰਗ 388 ਦੇ ਉੱਪਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਲਿਖਿਆ ਹੋਇਆ, ਆਸਾ ਮਹੱਲਾ ਪੰਜਵਾਂ। ਹਰ ਹਰ ਅਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ ਦਿਆਲਾ। ਕਰੋ ਬੇਨੰਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਣਾਈ। ਮੋਹ ਕੋ ਦੇਹ ਹਰੇ ਹਰ ਜਪਨੀ ਰਹਾਓ। ਹਰ ਮਾਲਾ ਔਰ ਅੰਤਰ ਧਾਰੈ, ਜਨਮ ਮਰਨ ਕਾ ਦੁਖ ਨਿਵਾਰੈ। ਮੈਂ ਹੁਣ ਉਹ ਬਚਨ ਸੁਣਾ ਰਿਹਾ ਜਿਹੜੀ ਮਾਲਾ ਦਰਗਾਹ 'ਚ ਪ੍ਰਵਾਨ ਹੈ, ਜਿਹੜੀ ਮਾਲਾ ਨਾਲ ਜਾਂਦੀ ਹੈ। ਦੋ ਮਾਲਾ ਨੇ, ਇੱਕ ਨਾਲ ਜਾਂਦੀ ਹੈ, ਇੱਕ ਇੱਥੇ ਰਹਿੰਦੀ ਹੈ। ਜਿਹੜੀ ਮਾਲਾ ਇੱਥੇ ਰਹਿ ਜਾਂਦੀ ਹੈ ਉਹਦਾ ਜਸ ਅਪਜਸ ਵੀ ਇੱਥੇ ਹੀ ਰਹਿ ਜਾਂਦਾ ਹੈ। ਜਿਹੜੀ ਮਾਲਾ ਦਰਗਾਹ 'ਚ ਨਾਲ ਜਾਂਦੀ ਹੈ, ਜਸ ਅਪਜਸ ਉਹਦਾ ਨਾਲ ਹੀ ਜਾਂਦਾ ਹੈ। ਉਹ ਦਰਗਾਹ ਵਾਲਿਆਂ ਨੇ ਫੈਸਲਾ ਕਰਨਾ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਪਾਤਸ਼ਾਹ ਕਹਿੰਦੇ, ਉਹ ਨਾਨਕ ਜੀ ਕਹਿੰਦੇ ਉੱਥੇ ਜਾਣਿਆ ਜਾਊਗਾ, ਉਹਨਾਂ ਨੇ ਫੈਸਲਾ ਕਰਨਾ ਵੀ ਕੀ ਸਾਡੇ ਵਾਲੀ ਮਾਲਾ ਸਹੀ ਹੈ ਜਾਂ ਗਲਤ ਹੈ। ਇੱਥੇ ਦੇਖੋ ਬਚਨ ਲਿਖਿਆ, ਕਹਿੰਦੇ ਹਰ ਮਾਲਾ ਔਰ ਅੰਤਰ ਧਾਰੈ। ਪਾਤਸ਼ਾਹ ਕਹਿੰਦੇ ਮੇਰੇ ਕੋਲ ਤਾਂ ਮੇਰਾ ਜਿਹੜਾ ਹਾਰ ਹੈ ਉਹੀ ਮਾਲਾ ਹੈ, ਔਰ ਹਿਰਦੇ ਦੇ ਅੰਦਰ ਮੈਂ ਉਹਨੂੰ ਧਾਰਨ ਕੀਤਾ ਹੋਇਆ ਹੈ। ਔਰ ਉਹਦੇ ਵਿੱਚ ਕੀ ਕੌਤਕ ਵਰਤਦਾ ਜਦੋਂ ਉਹ ਮਾਲਾ ਫਿਰਦੀ ਹੈ, ਜਨਮ ਮਰਨ ਕਾ ਦੁਖ ਨਿਵਾਰੈ। ਆਹ ਕਾਰਨ ਸੀ ਦੁਖ ਹੈ ਜਿਹੜਾ ਜਨਮ ਮਰਨ ਦਾ, ਇਹ ਨਿਵਾਰ ਦਿੰਦੀ ਉਹ ਮਾਲਾ। ਹਿਰਦੇ ਸੰਭਾਲੈ ਮੁਖ ਹਰ ਹਰ ਬੋਲੇ। ਕਹਿੰਦੇ ਜਦੋਂ ਮੈਂ ਉਹਨੂੰ ਹਿਰਦੇ 'ਚ ਸੰਭਾਲ ਲਿਆ ਮਾਲਾ ਨੂੰ, ਤਾਂ ਮੁੱਖੋਂ ਮੇਰੇ ਕੀ ਨਿਕਲਿਆ? ਹਰ ਹਰ ਬੋਲੇ, ਕਿ ਮੇਰੇ ਹਿਰਦੇ ਦੇ ਵਿੱਚੋਂ ਹਰ ਬੋਲਦਾ। ਦੇਖੋ ਕਿੱਡੀ ਗੱਲ ਕਹਿੰਦੇ ਆ। ਹੁਣ ਇੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਨਹੀਂ ਬੋਲਦਾ, ਹਰ ਬੋਲਦਾ। ਜੋ ਕੁਛ ਵੀ ਬੋਲਦਾ ਹੁਣ ਪਰਮੇਸ਼ਰ ਬੋਲਦਾ। ਪਰਮੇਸ਼ਰ ਨੇ ਦੱਸਿਆ ਵੀ ਆਹ ਮਾਲਾ ਭਾਈ ਮੈਨੂੰ ਚੰਗੀ ਲੱਗਦੀ ਹੈ, ਉਹੀ ਫਿਰ ਜਿਹੜੀ ਮੈਨੂੰ ਚੰਗੀ ਲੱਗਦੀ ਹੈ। ਸੋ ਜਨ ਇਤ ਉਤ ਕਤੇ ਨਾ ਡੋਲੇ। ਪਾਤਸ਼ਾਹ ਕਹਿੰਦੇ ਉਹ ਜਨ, ਹੁਣ ਪੰਜਵੇਂ ਪਾਤਸ਼ਾਹ ਆਪਣੇ ਆਪ ਨੂੰ ਜਨ ਡਿਕਲੇਅਰ ਕਰਦੇ ਆ ਕਿ ਮੈਂ ਜਨ ਹੈ। ਇਤੀ ਉਤ ਕਤੇ ਨਾ ਡੋਲਾ, ਕਹਿੰਦੇ ਮੈਂ ਨਹੀਂ ਡੋਲਦਾ। ਕਿਉਂ ਨਹੀਂ ਡੋਲਿਆ? ਕਿਉਂਕਿ ਜਿਹੜੀ ਗੱਲ ਪੰਜਵੇਂ ਪਾਤਸ਼ਾਹ ਨੇ ਕਹੀ ਉਸ ਵੇਲੇ ਧਰਮ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਤਕਲੀਫ ਦਿੰਦੀ ਸੀ।
ਕਹੋ ਨਾਨਕ ਜੋ ਰਾਚੈ ਨਾਏ। ਨਾਨਕ ਜੀ ਕਹਿੰਦੇ, ਪੰਜਵੇਂ ਪਾਤਸ਼ਾਹ ਕਹਿੰਦੇ, ਜਿਹੜਾ ਉਸ ਹੁਕਮ ਦੇ ਵਿੱਚ ਰਚ ਮਿਚ ਗਿਆ, ਉਹਦੇ ਬੁਲਾਇਆ ਬੋਲਦਾ, ਹਰ ਮਾਲਾ ਤਾਂ ਕਹਿ ਸੰਗੀ ਜਾਏ। ਕਹਿੰਦੇ ਉਹ ਮਾਲਾ ਤਾਂ ਉਹਦੇ ਨਾਲ ਜਾਂਦੀ ਹੈ। ਇਹ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਚਨ ਹੈ, ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿੰਦਾ। ਫਿਰ ਵੀ ਜੇ ਕਿਸੇ ਵੀਰ ਨੂੰ ਕਿਸੇ ਗੱਲ ਦਾ ਕੋਈ ਭੁਲੇਖਾ ਹੈ, ਕੋਈ ਸ਼ੰਕ ਹੈ, ਉਹ ਆਲੇ ਦੁਆਲੇ ਗੱਲ ਕਰਨ ਦੀ ਬਜਾਏ ਮੇਰੇ ਨਾਲ ਗੱਲ ਕਰੇ, ਵੀ ਮੈਂ ਉਹਨਾਂ ਨੂੰ ਗੁਰਬਾਣੀ 'ਚੋਂ ਦੱਸ ਸਕਦਾ, ਭਾਈ ਮੇਰੇ ਕੋਲ ਆਪਣਾ ਕੋਈ ਗਿਆਨ ਨਹੀਂ ਹੈ, ਵੀ ਗੁਰਬਾਣੀ 'ਚ ਭਾਈ ਐਂ ਲਿਖਿਆ, ਬਾਕੀ ਤੁਸੀਂ ਆਪ ਅਰਥ ਕਰ ਦਿਓ। ਮੈਂ ਕੋਈ ਆਪਣੇ ਕੋਲੋਂ ਅਰਥ ਨਹੀਂ ਕਰਦਾ, ਗੁਰਬਾਣੀ 'ਚੋਂ ਹੀ ਗੁਰਬਾਣੀ ਦੀ ਵਿਆਖਿਆ ਕਰਦਾ। ਫਿਰ ਵੀ ਜੇ ਕਿਸੇ ਵੀਰ ਨੂੰ ਕਿਸੇ ਗੱਲ ਦੀ ਤਕਲੀਫ ਲੱਗੇ ਤਾਂ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਤੁਸੀਂ ਮੈਨੂੰ ਪੁੱਛੋ ਵੀ ਤੂੰ ਇਹ ਗੱਲ ਕਹੀ ਵੀ ਗੁਰਬਾਣੀ ਦੇ ਵਿੱਚ ਤਾਂ ਗੁਰਬਾਣੀ 'ਚ ਦੱਸ, ਫਿਰ ਮੈਂ ਉਹਨਾਂ ਨੂੰ ਦੱਸੂਗਾ। ਅਗਰ ਮੈਂ ਫਿਰ ਵੀ ਕਿਤੇ ਗਲਤ ਹੋਊਂਗਾ ਤਾਂ ਮੈਂ ਮਾਫੀ ਮੰਗੂਗਾ, ਕਿਉਂਕਿ ਬਹੁਤ ਹੀ ਸੀਰੀਅਸ ਮੈਟਰ ਹੈ ਗੁਰਬਾਣੀ ਦੇ ਵਿੱਚ। ਕਿਉਂਕਿ ਇਹ ਗੱਲਾਂ ਅਸੀਂ ਅੱਜ ਤੱਕ ਸੁਣੀਆਂ ਨਹੀਂ, ਫਿਰ ਸਾਨੂੰ ਤਕਲੀਫ ਹੁੰਦੀ ਹੈ। ਮੈਨੂੰ ਵੀ ਹੁੰਦੀ ਸੀ, ਇਹ ਨਹੀਂ ਗੱਲ। ਜਦੋਂ ਮੈਂ ਇਹ ਗੁਰਬਾਣੀ ਦੇ ਬਚਨਾਂ ਨੂੰ ਪੜ੍ਹਿਆ ਤਾਂ ਮੈਨੂੰ ਵੀ ਬੜੀ ਤਕਲੀਫ ਵੀ ਗੁਰਬਾਣੀ 'ਚ ਐਂ ਲਿਖਿਆ ਹੋਇਆ, ਪ੍ਰਚਾਰ ਕੁਝ ਹੋਰ ਹੋ ਰਿਹਾ, ਮੇਰੀ ਗੱਲ ਕਿੱਧਰ ਨੂੰ ਜਾਂਦੀ ਹੈ। ਉਸ ਤੋਂ ਅੱਗੇ ਅੰਗ 1134 ਦੇ ਉੱਪਰ ਭੈਰੋ ਮਹੱਲਾ ਚੌਥਾ, ਚੌਥੇ ਪਾਤਸ਼ਾਹ ਕਹਿੰਦੇ ਆ, ਸੋ ਕਿਰਤ ਕਰਨੀ ਸਾਰ ਜਪ ਮਾਲੀ। ਕਹਿੰਦੇ ਜਿਹੜੀ ਸਾਡੀ ਜਪ ਮਾਲੀ ਹੈ, ਮਾਲਾ ਜਿਹੜੀ ਜੀ ਤੇ ਅਸੀਂ ਜਪ ਕਰਦੇ ਹਾਂ, ਉਹ ਕੀ ਹੈ? ਸੁਕ੍ਰਿਤ ਕਰਨੀ। ਉਹੀ ਸੁਕਿਰਤ ਕਰਨੀ ਹੈ। ਸੁਕਿਰਤ ਕੀ ਹੈ? ਨਾਮ, ਹੁਕਮ 'ਚ ਰਹਿਣਾ। ਹੁਕਮ ਹੀ ਸਾਡੇ ਲਈ ਤਾਂ ਸਾਰ ਹੈ, ਅਸੀਂ ਤਾਂ ਉਹਦੇ ਵਿੱਚ ਹੀ ਚੱਲਦੇ ਹਾਂ। ਕਹਿੰਦੇ ਹਿਰਦੈ ਫੇਰ ਚੱਲੈ ਤੁਧ ਨਾਲੀ। ਦੇਖੋ ਸੇਮ ਟੂ ਸੇਮ ਉਹੀ ਗੱਲ ਹੈ ਜੋ ਚੌਥੇ ਪਾਤਸ਼ਾਹ ਨੇ ਕਹੀ, ਉਹੀ ਪੰਜਵੇਂ ਪਾਤਸ਼ਾਹ ਕਹਿੰਦੇ। ਸ਼ਬਦਾਂ ਦੇ ਵਿੱਚ ਫਰਕ ਜ਼ਰੂਰ ਹੈ, ਪਰ ਤੱਤ ਸਾਰ ਉਹੀ ਹੈ। ਹਿਰਦੈ ਫੇਰੀ ਚੱਲੈ ਤੁਧ ਨਾਲੀ। ਕਹਿੰਦੇ ਹਿਰਦੇ 'ਚ ਫੇਰੀ ਚੱਲੈ, ਨਾਲ ਚੱਲਦੀ ਹੈ, ਕੰਟੀਨਿਊ। ਤੁਧ ਨਾਲੀ, ਨਾਲ ਜਾਂਦੀ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਹਰ ਹਰ ਨਾਮ ਜਪੋ ਬਨ ਵਾਲੀ, ਕਰ ਕਿਰਪਾ ਮੇਲੋ ਸਤ ਸੰਗਤ, ਟੂਟ ਗਈ ਮਾਇਆ ਜਮ ਜਾਲੀ। ਮਾਇਆ ਦਾ ਜਿਹੜਾ ਭਰਮ ਹੈ, ਜਾਲ ਹੈ, ਉਹ ਸਾਰਾ ਟੁੱਟ ਜਾਂਦਾ ਉਸ ਮਾਲਾ ਫੇਰਨ ਦੇ ਨਾਲ। ਉਸ ਤੋਂ ਅੱਗੇ ਕਹਿੰਦੇ ਆ ਅੰਗ 841 ਦੇ ਉੱਪਰ, ਹਿਰਦੈ ਜਪਨੀ ਜਪੋ ਗੁਣ ਤਾਸਾ। ਕਹਿੰਦੇ ਹਿਰਦੇ ਦੇ ਅੰਦਰ ਅਸੀਂ ਤਾਂ ਜਪਦੇ ਹਾਂ, ਉਹ ਕੀ ਹੈ? ਉਹ ਗੁਣਾਂ ਦਾ ਤਸ ਹੈ, ਕਿ ਉਹ ਗੁਣ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਲ ਕਿਸੇ ਕਿਸਮ ਦਾ ਭਰਮ ਹੀ ਨਹੀਂ ਰਹਿ ਜਾਂਦਾ। ਹਰ ਅਗਮ ਅਗੋਚਰ ਅਪਰੰਪਰ ਸੁਆਮੀ, ਜਨ ਪੱਗ ਲਗ ਧਿਆਵੋ ਹੋਏ ਦਾਸਨ ਦਾਸਾ। ਬੜੀ ਅਜੀਬ ਬਚਨ ਨੇ ਗੁਰਬਾਣੀ ਦੇ ਅੰਦਰ। ਅੰਗ 1084 ਦੇ ਉੱਪਰ ਪਾਤਸ਼ਾਹ ਕਹਿੰਦੇ, ਸਭੇ ਬਖਤ ਸਭੇ ਕਰ ਵੇਲਾ। ਦੇਖੋ ਇਸਲਾਮ ਦੇ ਉੱਪਰ ਕਿੱਡੀ ਵੱਡੀ ਚੋਟ ਕੀਤੀ ਹੈ। ਉਹ ਕਹਿੰਦੇ ਸੀ 5 ਹੀ ਵਕਤ ਨੇ ਅੱਲਾ ਨੂੰ ਯਾਦ ਕਰਨ ਦੇ, ਜਿਵੇਂ ਅੱਜ ਸਾਡੇ ਵੀ ਕਹਿ ਦਿੰਦੇ। ਸਿੱਖ ਮਤ ਵਿੱਚ ਵੀ ਬਹੁਤ ਕੁਛ ਐਸਾ ਹੈ ਕਿ ਜੀ ਅੰਮ੍ਰਿਤ ਵੇਲਾ। ਉਹ ਜਿਹੜਾ ਸੰਸਾਰੀ ਮਾਇਆ ਦਾ ਟਾਈਮ ਹੈ, ਉਹ ਮਾਇਆ ਦੇ ਟਾਈਮ ਨੂੰ ਅੰਮ੍ਰਿਤ ਵੇਲਾ ਮੰਨਦੇ ਆ, ਪਰ ਜਦ ਕਿ ਗੁਰਬਾਣੀ 'ਚ ਅੰਮ੍ਰਿਤ ਵੇਲਾ ਸੱਚਖੰਡ ਵਾਲਾ ਦੱਸੇ। ਤੇ ਜੇ ਉਹ ਸੰਸਾਰੀ ਅੰਮ੍ਰਿਤ ਵੇਲਾ ਮੰਨਦੇ ਹੋ ਤਾਂ ਫਿਰ ਇੱਥੇ ਤਾਂ ਲਿਖਿਆ ਸਭੇ ਵਕਤ ਸਭੇ ਕਰ ਵੇਲਾ। ਫਿਰ ਗੁਰਬਾਣੀ ਇਹ ਵੀ ਕਹਿੰਦੀ ਹੈ, ਜੇ ਵੇਲਾ ਵਕਤ ਵਿਚਾਰੀ ਹੈ, ਕਿਤ ਵੇਲੇ ਭਗਤੀ ਹੋਏ। ਫਿਰ ਜੇ ਤੁਸੀਂ ਇਸੇ ਚੱਕਰ 'ਚ ਹੀ ਪੈ ਗਏ, ਫਿਰ ਕਿਹੜੇ ਵੇਲੇ ਭਗਤੀ ਕਰੋਗੇ? ਗੁਰਬਾਣੀ ਤਾਂ ਕਹਿੰਦੀ ਹੈ, ਸਾਸ ਸਾਸ ਸਿਮਰੋ ਗੋਬਿੰਦ। ਸਭੇ ਵਕਤ ਸਭੇ ਕਰ ਵੇਲਾ, ਖਾਲਕ ਜਾਦ ਦਿਲੇ ਮਹਿ ਮੌਲਾ। ਤਸਵੀ ਯਾਦ ਕਰੋ ਦਸ ਮਰਦਨ, ਸੁਨੰਤ ਸੀਲ ਬੰਧਨ ਬਰਾ। ਕਹਿੰਦੇ ਜਿਹੜੀ ਤਸਵੀ ਤੁਸੀਂ ਫੇਰਦੇ ਹੋ ਨਾ, ਇਸਲਾਮ ਦੇ ਵਿੱਚ ਤਸਵੀ ਕਹਿੰਦੇ ਆ, ਕਹਿੰਦੇ ਮੇਰੇ ਲਈ ਤਾਂ ਉਹ ਯਾਦ ਹੈ, ਉਹਦਾ ਚੇਤਾ ਹੀ ਮੇਰੇ ਲਈ ਤਸਵੀ ਹੈ। ਮੈਂ ਕੋਈ ਹੋਰ ਤਸਵੀ ਨਹੀਂ ਫੇਰਦਾ, ਸਗੋਂ ਉਹਦੀ ਰਜਾ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ। ਉਸ ਤੋਂ ਅੱਗੇ ਅੰਗ 1364 ਦੇ ਉੱਪਰ ਪਾਤਸ਼ਾਹ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਰਸਨਾ ਦੇ ਉੱਪਰ ਰਾਮ ਹੈ। ਇੱਥੋਂ ਸਾਨੂੰ ਭੁਲੇਖਾ ਪੈ ਗਿਆ, ਅਸੀਂ ਰਸਨਾ ਨੂੰ ਜੀਵ ਮੰਨ ਲਿਆ। ਹੁਣ ਜੀਵ ਨੂੰ ਤਾਂ ਰਸ ਨਹੀਂ ਆਉਂਦਾ। ਜਿਹੜੀ ਆ ਬਾਹਰਲੀ ਜੀਵ ਹੈ ਸਾਡੀ, ਇਹਨੂੰ ਰਸ ਨਹੀਂ ਆਉਂਦਾ।
ਇਹਦੇ ਦੁਬਾਰਾ ਕੋਈ ਰਸ ਲੈਂਦਾ ਹੈ। ਜਿਹੜਾ ਇਹਦੇ ਦੁਬਾਰਾ ਰਸ ਲੈਂਦਾ ਉਹ ਰਸਨ ਹੈ। ਚਾਹੇ ਸੰਸਾਰੀ ਪਦਾਰਥਾਂ ਦੇ ਵੀ ਅਸੀਂ ਰਸ ਲੈਂਦੇ ਆ, ਉਹ ਵੀ ਕੋਈ ਹੋਰ ਲੈਂਦਾ। ਜਦੋਂ ਮ੍ਰਿਤਕ ਸਰੀਰ ਪਿਆ ਹੁੰਦਾ ਉਦੋਂ ਵੀ ਤਾਂ ਜੀਭ ਹੁੰਦੀ ਹੈ। ਲਾਓ ਖੱਟਾ ਮਿੱਠਾ, ਉਹ ਕਦੇ ਨਹੀਂ ਦੱਸਦੀ ਜੀਭ। ਜਿਹੜੀ ਚੇਤਨ ਸ਼ਕਤੀ ਹੈ ਇਹਦੇ ਅੰਦਰ, ਉਹ ਹੈ ਰਸਨਾ। ਉਸ ਰਸਨਾ ਦੇ ਉੱਪਰ ਹੈ ਰਾਮ ਹੁਕਮ, ਸਾਡਾ ਮੂਲ। ਕਬੀਰ ਸਾਹਿਬ ਕਹਿੰਦੇ ਮੇਰੀ ਸਿਮਰਨੀ ਤਾਂ ਭਾਈ ਉਹ ਹੈ। ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੂਖ ਬਿਸਰਾ। ਉਹ ਤਾਂ ਮੇਰੇ ਨਾਲ ਆਦ ਤੋਂ ਹੀ ਚਲੀ ਆਈ ਹੈ, ਜਦੋਂ ਦਾ ਮੈਂ ਸ੍ਰਿਸ਼ਟੀ 'ਚ ਆਇਆ ਹੈ। ਜਿੰਨਾ ਚਿਰ ਸ੍ਰਿਸ਼ਟੀ 'ਚ ਰਹਿਣਾ ਨਾਲ ਹੀ ਰਹਿਣਾ, ਸਗਲ ਸਾਰਿਆਂ ਦੇ ਨਾਲ, ਔਰ ਸਾਰਿਆਂ ਦੇ ਹਿਰਦੇ 'ਚੋਂ ਭਗਤ ਹੈ। ਤਾਂ ਕੋ ਸੂਖ ਵਿਸਰਾਮ, ਕਹਿੰਦੇ ਤਾਂ ਮੈਨੂੰ ਸੁੱਖ ਮਿਲਿਆ, ਤਾਂ ਮੈਨੂੰ ਟਿਕਾ ਮਿਲਿਆ ਜਦੋਂ ਮੈਨੂੰ ਉਸ ਗੱਲ ਦਾ ਪਤਾ ਲੱਗਿਆ। ਅੰਗ 1245 ਉੱਪਰ ਵੀ ਪਾਤਸ਼ਾਹ ਕਹਿੰਦੇ, ਇਹ ਹੁਣ ਸਨਾਤਨ ਮੱਤ ਦੇ ਉੱਪਰ ਤਰਕ ਕੀਤਾ। ਕਹਿੰਦੇ ਸੱਚ ਵਰਤ, ਉਹ ਵਰਤ ਰੱਖਦੇ ਆ ਸਰੀਰ ਦੇ। ਗੁਰੂ ਸਾਹਿਬ ਕਹਿੰਦੇ ਅਸੀਂ ਵੀ ਵਰਤ ਰੱਖਦੇ ਹਾਂ। ਮਾਲਾ ਗੁਰੂ ਸਾਹਿਬ ਨੇ ਵੀ ਫੇਰੀ ਆ, ਪਰ ਕਿਹੜੀ ਫੇਰੀ ਸਾਰਾ ਦੱਸਿਆ। ਕਹਿੰਦੇ ਸੱਚ ਵਰਤ, ਕਹਿੰਦੇ ਅਸੀਂ ਵਰਤ ਰੱਖਿਆ ਸੱਚ ਬੋਲਣਾ, ਝੂਠ ਨਹੀਂ ਬੋਲਣਾ। ਸੰਤੋਖ ਤੀਰਥ, ਕਹਿੰਦੇ ਸਾਡਾ ਜਿਹੜਾ ਤੀਰਥ ਕੀ ਹੈ, ਸੰਤੋਖ, ਕਿ ਮਾਇਆ ਦੀ ਇੱਛਾ ਕੋਈ ਨਹੀਂ ਕਰਨੀ। ਗਿਆਨ ਧਿਆਨ ਇਸ਼ਨਾਨ, ਕਹਿੰਦੇ ਸਾਡਾ ਇਸ਼ਨਾਨ ਕੀ ਹੈ, ਗਿਆਨ ਤੇ ਧਿਆਨ। ਹੁਣ ਗਿਆਨ ਲੈਣਾ ਤੇ ਗਿਆਨ 'ਚ ਧਿਆਨ ਰੱਖਣਾ, ਤੇ ਉਹ ਇਸ਼ਨਾਨ ਹੋ ਰਿਹਾ ਹੈ। ਕਿਹਦਾ ਇਸ਼ਨਾਨ ਹੋ ਰਿਹਾ? ਮਨ ਧੋਵੋ ਸ਼ਬਦ ਲਾਗੋ, ਮਨ ਦਾ ਇਸ਼ਨਾਨ ਹੋ ਰਿਹਾ। ਜੁਗਤ ਧੋਤੀ, ਹੁਣ ਧੋਤੀ ਕਿਹੜੀ ਪਾਈ ਹੋਈ ਹੈ, ਕਛਹਿਰਾ ਕਿਹੜਾ ਪਾਇਆ? ਜਿਵੇਂ ਸਰੀਰ ਦਾ ਜੱਤ ਢਕਣ ਵਾਸਤੇ ਕਛਹਿਰਾ ਪਾਇਆ ਜਾਂਦਾ ਜਾਂ ਧੋਤੀ ਪਾਈ ਜਾਂਦੀ ਹੈ, ਇਸੇ ਤਰ੍ਹਾਂ ਆਤਮਾ ਤੇ ਵੀ ਧੋਤੀ ਪਾਈ ਹੈ। ਉਹਦੀ ਜੁਗਤੀ ਹੈ ਸਾਡੇ ਕੋਲ, ਉਹ ਜੁਗਤੀ ਦੀ ਧੋਤੀ ਪਾਈ ਹੋਈ ਹੈ। ਸਾਡੇ ਕੋਲ ਜੁਗਤ ਹੈ ਕਿ ਮਾਇਆ ਕਿਵੇਂ ਛੱਡ ਕੇ ਜਾਣੀ ਹੈ। ਸਾਡੇ ਕੋਲ ਉਹ ਗਿਆਨ ਧਿਆਨ ਹੈ ਜਿਹਦੇ ਨਾਲ ਮਨ ਦਾ ਇਸ਼ਨਾਨ ਹੁੰਦਾ ਹੈ। ਸੁਰਤ ਚੌਂਕਾ, ਹੁਣ ਕਹਿੰਦੇ ਜਿਹੜੀ ਸਾਡੀ ਸੁਰਤੀ ਹੈ ਉਹੀ ਚੌਂਕਾ। ਜਿਵੇਂ ਤੁਸੀਂ ਬਾਹਰ ਚੁੱਲ੍ਹੇ ਚੌਂਕੇ ਤੋਂ ਪਦਾਰਥ ਬਣਾਉਂਦੇ ਹੋ, ਅਸੀਂ ਆਪਣੀ ਸੁਰਤ ਦੇ ਵਿੱਚੋਂ ਵੱਖੋ ਵੱਖਰੇ ਨਵੇਂ ਤੋਂ ਨਵੇਂ ਸ਼ਬਦ ਕੱਢਦੇ ਹਾਂ ਉਪਦੇਸ਼ ਦੇਣ ਵਾਸਤੇ, ਕਿਸੇ ਨੂੰ ਸੱਚ ਦੀ ਜਾਣਕਾਰੀ ਦੇਣ ਵਾਸਤੇ ਨਵੇਂ ਤੋਂ ਨਵਾਂ ਸ਼ਬਦ ਕਰਨਾ। ਤਿਲਕ ਕਰਨੀ ਹੋਏ, ਕਹਿੰਦੇ ਤਿਲਕ, ਤੁਸੀਂ ਮੱਥੇ ਤੇ ਤਿਲਕ ਲਾਉਨੇ, ਸਾਡੇ ਕੋਲ ਤਿਲਕ ਥੋੜਾ ਜਿਹਾ ਕਰਨੀ ਹੈ, ਸਾਡੇ ਕੋਲ ਦਇਆ ਹੈ। ਸਾਡੀ ਕਰਨੀ ਬਹੁਤ ਥੋੜੀ ਹੈ। ਕਿਨਕਾ ਇੱਕ, ਬਸ ਇੰਨੀ ਕੀ ਦਇਆ, ਇੰਨੀ ਕੀ ਦਇਆ ਮਨ ਤੇ ਕਰਨੀ ਹੈ। ਉਹਨੂੰ ਮਨ ਨੂੰ ਸਮਝਾਉਣਾ ਕਿ ਆਹ ਸੱਚ ਹੈ। ਭਾਓ ਭੋਜਨ, ਸਾਡਾ ਹੁਣ ਖੁਰਾਕ ਕੀ ਹੈ? ਪ੍ਰੇਮ ਗਿਆਨ। ਭਾਉ ਦਾ ਅਰਥ ਸਿੱਧਾ ਭੋਜਨ। ਸਾਡਾ ਭੋਜਨ ਕੀ ਹੈ? ਕਹਿੰਦੇ ਭਾਉ ਹੈ। ਬ੍ਰਹਮ ਗਿਆਨੀ ਕੈ ਭੋਜਨ ਗਿਆਨ, ਭਾਉ ਦਾ ਅਰਥ ਸਿੱਧਾ ਗਿਆਨ ਹੋ ਗਿਆ। ਨਾਨਕਾ ਬਿਰਲਾ ਤਾਂ ਕੋਈ, ਨਾਨਕ ਜੀ ਕਹਿੰਦੇ ਪਰ ਇਸ ਤਰ੍ਹਾਂ ਦਾ ਕੋਈ ਬਿਰਲਾ ਹੁੰਦਾ, ਸਾਰੇ ਨਹੀਂ ਹੁੰਦੇ। ਸੋ ਇਹ ਵਿਚਾਰ ਜਿੰਨੇ ਕਿ ਮੇਰੇ ਤੋਂ ਖੋਜ ਹੋਈ ਮੈਂ ਰੱਖੇ, ਪਰ ਫਿਰ ਵੀ ਬਹੁਤ ਬਚਨ ਨੇ ਗੁਰਬਾਣੀ ਦੇ ਅੰਦਰ। ਜਦੋਂ ਅਸੀਂ ਗੁਰਬਾਣੀ ਨੂੰ ਸਵੈਮ ਵਿਚਾਰਦੇ ਹਾਂ, ਸਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਗੁਰਬਾਣੀ ਦੇ ਅੰਦਰ ਵਿਆਖਿਆ ਕੀਤੀ ਗਈ ਹੈ। ਸੋ ਇੱਕ ਦੋ ਜੀਬੋ ਲੱਖ ਹੋਇਆ, ਲੱਖ ਹੋਵੇ ਲੱਖ 20। ਪਾਤਸ਼ਾਹ ਕਹਿੰਦੇ ਇੱਕ ਤੋਂ ਵੱਧ ਕੇ ਜਿੰਨੀਆਂ ਮਰਜ਼ੀ ਤੁਸੀਂ ਕਰੀ ਚੱਲੋ। ਮਨੁੱਖ ਦੇ ਕੋਲ ਤਾਂ ਇੱਕੋ ਹੀ ਜੀਬ ਹੈ। ਇੱਕ ਜੀਵ ਨਾਲ ਕਿੰਨਾ ਕੁ ਜਪ ਲੂ, ਰਾਤ ਨੂੰ ਸੌਣਾ ਵੀ ਹੈ, ਥੱਕ ਜਾਂਦੀ ਹੈ। ਪਰ ਜਿਹੜਾ ਹਿਰਦਾ ਥੱਕਦਾ ਨਹੀਂ ਹੈ। ਹਿਰਦਾ ਚੇਤਨ ਸਤ ਹੈ, ਜੀਵ ਜੜ ਹੈ। ਜਿਹੜਾ ਜੀਵ ਨਾਲ ਬੋਲਦਾ ਉਹ ਕਦੇ ਨਹੀਂ ਥੱਕਦਾ। ਉਹਦਾ 84 ਲੱਖ ਜੂਨ ਭੁਗਤਿਆ ਤਾਂ ਨਹੀਂ ਥੱਕਿਆ। ਏਤ ਰਹਿ ਪਤ ਪਵੜੀਐ, ਚੜੀਐ ਹੋਏ ਅਕੀਸ। ਪਾਤਸ਼ਾਹ ਜੀ ਕਹਿੰਦੇ ਜੋ ਅਸੀਂ ਪਿੱਛੇ ਕਿਹਾ ਕਿ ਭਾਈ ਜੇ ਤੁਸੀਂ ਵੀ ਇਸ ਰਸਤੇ ਤੇ ਚੱਲਦੇ ਹੋ, ਜੋ ਇਹ ਕਹਾਣੀ ਸੁਣੀ ਹੈ, ਫਿਰ ਤਾਂ ਪ੍ਰਾਪਤੀ ਹੋਣੀ ਮੁਸ਼ਕਲ ਹੈ।
ਅਸਲ ਵਿੱਚ ਇਹਨਾਂ ਕਹਾਣੀਆਂ ਵਿੱਚ ਕੁਝ ਭੇਦ ਖੋਲ੍ਹੇ ਹੁੰਦੇ ਹਨ। ਅਸੀਂ ਉਹਨਾਂ ਭੇਦਾਂ ਨੂੰ ਨਹੀਂ ਖੋਲ੍ਹਦੇ, ਬਸ ਸਾਖੀਆਂ ਨਾਲ ਜੁੜ ਜਾਂਦੇ ਹਾਂ। ਫਿਰ ਰਿਜ਼ਲਟ ਕੀ ਨਿਕਲਦਾ ਹਰ ਇੱਕ ਨੂੰ ਪਤਾ ਹੀ ਹੈ। ਮਨਾ ਤੈਨੂੰ ਵੀ ਆਪਣੇ ਆਪ ਦਾ ਪਤਾ ਹੀ ਹੈ, ਤੂੰ ਆਪਣੇ ਅੰਦਰ ਝਾਤੀ ਮਾਰ ਲੈ। ਤੂੰ ਕਿਸੇ ਨੂੰ ਕਿਉਂ ਕਹਿਣਾ, ਤੂੰ ਆਪਣੇ ਅੰਦਰ ਹੀ ਝਾਤੀ ਮਾਰ ਵੀ ਤੇਰਾ ਕੀ ਬਣਦਾ। ਭਾਵ ਗੁਰਬਾਣੀ ਕਹਿੰਦੀ ਹੈ ਕਿ ਤੂੰ ਇਸ ਰਸਤੇ ਤੋਂ ਚੱਲ ਕੇ ਮੰਜ਼ਿਲ ਇੱਕ ਈਸ ਤੇ ਪਹੁੰਚ ਗਿਆ ਕਿ ਨਹੀਂ, ਇਹ ਝਾਤੀ ਮਾਰ। ਕਿ ਜੇ ਤੂੰ ਮੰਨਦਾ ਕਿ ਇਸ ਤਰ੍ਹਾਂ ਕਰਨ ਨਾਲ ਪ੍ਰਾਪਤੀ ਹੁੰਦੀ ਹੈ, ਫਿਰ ਇਹ ਤਰ੍ਹਾਂ ਪਤਪਬੜੀਆਂ ਜਿਹੜੇ ਰਸਤੇ ਤੂੰ ਚੱਲ ਰਿਹਾ, ਚੜ੍ਹਿਆ ਹੋਏ ਅਕੀਸ ਕੀ ਤੂੰ ਇੱਕ ਹੋ ਗਿਆ, ਕਿਸੇ ਮੰਜ਼ਿਲ ਤੇ ਪਹੁੰਚ ਗਿਆ। ਜੇ ਤੂੰ ਮੰਜ਼ਿਲ ਤੇ ਨਹੀਂ ਪਹੁੰਚਿਆ, ਜੀਵਨ 'ਚ ਸਫ਼ਰ ਤੂੰ ਕਰਦਾ ਹੈ, ਫਿਰ ਕਿੰਨਾ ਕੁ ਚਿਰ ਸਫ਼ਰ ਕਰੇਗਾ। ਅਕਸਰ ਨੂੰ ਮੰਜ਼ਿਲ ਤੇ ਪਹੁੰਚਣਾ ਵੀ ਜ਼ਰੂਰੀ ਹੈ। ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ, ਇਹ ਰਾਹ ਪੈ ਜਾਵੇ ਸਾਰੀਆਂ ਪੌੜੀਆਂ ਚੜ੍ਹੇ ਤੇ ਉਦਮ ਕਰੇ ਤੇ ਉਮੀਦ ਕਰੇ ਕਿ ਇਸ ਤਰ੍ਹਾਂ ਸਾਬਤ ਸੂਰਤ ਇੱਕ ਹੋ ਜਾਵੇਗਾ, ਮਨ ਨੂੰ ਮਾਰ ਲਵੇਗਾ। ਜੇ ਨਹੀਂ, ਫਿਰ ਤਾਂ ਇਹ ਗੱਲ ਹੋਈ ਕਿ ਕੀਟ ਜ਼ਮੀਨ ਤੇ ਰਿੰਗਣ ਵਾਲੇ ਕੀਟ ਦੀ ਤਰ੍ਹਾਂ ਤੂੰ ਰੀਸਾਂ ਕਰਦਾ। ਆਕਾਸ਼ ਦੀਆਂ ਗੱਲਾਂ ਸੁਣ ਕੇ ਰੀਸ ਕਰੀ ਜਾਵੇ। ਆਕਾਸ਼ ਦੇ ਪੰਛੀ ਬਾਰ-ਬਾਰ ਖੰਭਾਂ ਦੇ ਨਾਲ ਉਡਾਰੀਆਂ ਮਾਰਦੇ ਹਨ। ਜੇ ਡੱਡੂ ਛੜੱਪਿਆਂ ਦੀ ਗਿਣਤੀ ਵਧਾ ਵੀ ਦੇਵੇ ਤਾਂ ਉਹਨਾਂ ਸਫ਼ਰ ਨਹੀਂ ਤੈਅ ਕਰ ਸਕਦਾ। ਸੋ ਗਿਆਨ ਤੋਂ ਬਿਨਾਂ ਮਨ ਨਹੀਂ ਰੋਕਿਆ ਜਾ ਸਕਦਾ। ਹੇ ਮੇਰੇ ਮਨਾ, ਗੁਰਬਾਣੀ ਤੈਨੂੰ ਵਾਰ-ਵਾਰ ਕਹਿੰਦੀ ਹੈ ਕਿ ਗਿਆਨ ਕਬਦ ਦਾ ਮਨ ਰਹੇ, ਭਰਮ ਦੂਰ ਨਹੀਂ ਹੋ ਸਕਦਾ। ਗੁਰ ਪ੍ਰਸਾਦ ਭਰਮ ਕਾ ਨਾਸ। ਅਸੀਂ ਆਪਣਾ ਭਰਮ ਖਤਮ ਕਰਨ ਲਈ ਸੰਸਾਰ ਵਿੱਚ ਆਏ ਹਾਂ। ਭਰਮ ਗਿਆਨ ਹੋਵੇ ਤਾਂ ਉਸ ਨੂੰ ਗਿਆਨ ਹੋਵੇ ਉਸ ਦਾ ਜਿਸ ਨੂੰ ਭਰਮ ਹੈ। ਪਤਾ ਤਾਂ ਲੱਗੇ ਵੀ ਭਰਮ ਹੈ ਕਿਹਨੂੰ। ਇਸੇ ਕਰਕੇ ਪਾਤਸ਼ਾਹ ਨੇ ਆਖਿਆ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਕਿਉਂਕਿ ਜਿਹੜਾ ਭਰਮ ਹੈ ਉਹ ਤਾਂ ਮਨ ਨੂੰ ਹੈ। ਕੀ ਭਰਮ ਹੈ? ਕਿਵੇਂ ਸਰੀਰ, ਜਦ ਕਿ ਉਹ ਆਪ ਚੇਤਨ ਸਤ ਹੈ। ਬਸ ਇਹੀ ਭਰਮ ਹੈ ਮੇਰੇ ਮਨਾ, ਗੁਰਬਾਣੀ ਤੈਨੂੰ ਬਾਰ-ਬਾਰ ਸਮਝਾਉਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਸ ਨੇ ਆਪਣਾ ਮੂਲ ਪਛਾਣ ਲਿਆ, ਬਸ ਫਿਰ ਹੈ ਸੁਣੀ ਗੱਲ ਆਕਾਸ਼ ਕੀ। ਫਿਰ ਉਹਨੂੰ ਅਸਲੀ ਗੱਲ ਸੁਣਦੀ ਹੈ, ਆਕਾਸ਼ ਕੀ ਹੈ। ਆਕਾਸ਼ ਕੀ ਹੈ? ਹਿਰਦਾ, ਜਿੱਥੇ ਸ਼ਬਦ ਗੁਰੂ ਪ੍ਰਗਟ ਹੁੰਦਾ। ਫਿਰ ਹੁਕਮ ਸੁਣਦਾ, ਫਿਰ ਇਸ ਮਨ ਰੂਪੀ ਕੀੜੇ ਨੂੰ ਰੀਸ ਆਉਂਦੀ ਹੈ ਤੇ ਰੀਸ ਕਰਕੇ ਉਸ ਦੇ ਵਿੱਚ ਸਮਾ ਜਾਂਦਾ। ਫਿਰ ਇਹ ਹੁਕਮ ਦੇ ਵਿੱਚ ਚੱਲਦਾ, ਭਾਵ ਉਸੇ ਵੇਲੇ ਸਾਰੇ ਗੁਣ ਆਪਣੇ ਆਪ 'ਚ ਵੇਖ ਲੈਂਦਾ ਤੇ ਸਦਾ ਲਈ ਵਿਕਾਸ ਹੋ ਜਾਂਦਾ ਹੈ। ਜੇ ਇਸ ਰਸਤੇ ਤੇ ਚੱਲੇ, ਫਿਰ ਗੁਰੂ ਨਾਨਕ ਸਾਹਿਬ ਨੂੰ ਉਹਨੇ ਪੁੱਛਿਆ ਵੀ ਤੁਸੀਂ ਫਿਰ ਕਿਵੇਂ ਪ੍ਰਾਪਤੀ ਕੀਤੀ। ਜੇ ਤੁਸੀਂ ਸਾਨੂੰ ਸਾਡੇ ਵਾਲਾ ਸਾਰਾ ਕੁਝ ਹੀ ਕੱਟ ਦਿਓ ਵੀ ਇਸ ਤਰੀਕੇ ਨਾਲ ਨਹੀਂ ਕੁਝ ਲੱਭਦਾ, ਤੇ ਤੁਸੀਂ ਵੀ ਦੱਸੋ ਸਹੀ ਵੀ ਫਿਰ ਕਿਹੜੇ ਚੀਜ਼ ਦਾ ਤਰੀਕੇ ਦੇ ਨਾਲ ਕੁਝ ਪ੍ਰਾਪਤੀ ਹੁੰਦੀ ਹੈ। ਕਿਉਂਕਿ ਵਿੱਚ ਕੁਝ ਸਿਆਣੇ ਵੀ ਸੀਗੇ ਜਿਹੜੇ ਕੁਝ ਚਾਹੁੰਦੇ ਸੀ ਵੀ ਸਾਨੂੰ ਸੱਚ ਦਾ ਪਤਾ ਲੱਗੇ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਹਾਂ, ਇਹ ਵੀ ਮੈਂ ਦੱਸੂਗਾ ਵੀ ਕਿਹੜੇ ਤਰੀਕੇ ਨਾਲ ਪ੍ਰਾਪਤੀ ਹੁੰਦੀ ਹੈ। ਨਾਨਕ ਨਦਰੀ ਪਾਈ ਹੈ, ਕੂੜੀ ਕੂੜ ਹੈ ਠੀਸ। ਪਾਤਸ਼ਾਹ ਕਹਿੰਦੇ ਕਈ ਵਾਰੀ ਜੇਲ੍ਹ ਵਿੱਚ ਸਜ਼ਾ ਪੂਰੀ ਹੋਣ ਤੇ ਵੀ ਕੈਦੀ ਨੂੰ ਨਹੀਂ ਛੱਡਦੇ ਜੇ ਅਫਸਰ ਸੰਤੁਸ਼ਟ ਨਾ ਹੋਵੇ। ਇਹੋ ਹਾਲ ਮਨਾ ਤੇਰਾ ਹੈ। ਅਸੀਂ ਜੇਲ੍ਹ ਚੋਂ ਛੁਟਕਾਰਾ ਤਾਂ ਚਾਹੁੰਦੇ ਹਾਂ, ਪਰ ਛੁਟਕਾਰਾ ਪਰਮੇਸ਼ਰ ਦੀ ਖੁਸ਼ੀ ਨਾਲ ਹੀ ਹੋਣਾ। ਸਾਡਾ ਜਾਪ, ਸਾਡਾ ਜਪ, ਸਾਡਾ ਤਪ, ਨੇਮ, ਸੁੱਚ, ਸੰਜਮ, ਦਾਨ, ਪੁੰਨ, ਇਹਨਾਂ ਚੀਜ਼ਾਂ ਨਾਲ ਛੁਟਕਾਰਾ ਨਹੀਂ। ਤੇ ਛੁਟਕਾਰਾ ਕਾਹਦੇ ਨਾਲ ਹੋਣਾ? ਨਾਨਕ ਨਦਰੀ ਪਾਈ ਹੈ, ਉਹਦੀ ਨਦਰ ਨਾਲ ਹੁੰਦਾ, ਉਹਦੀ ਮਿਹਰ ਨਾਲ ਹੁੰਦਾ। ਹੁਣ ਉਹਦੀ ਮਿਹਰ ਕਿਵੇਂ ਹੁੰਦੀ ਹੈ? ਹੁਕਮ ਵਿੱਚ ਚੱਲ ਕੇ। ਕਿਰਪਾ ਤਾਂ ਪਰਮੇਸ਼ਰ ਦੀ ਸਭ ਤੇ ਹੀ ਹੈ। ਸਭਨਾ ਉੱਪਰ ਕਿਰਪਾ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਘਨੇਰੀ, ਪਰ ਘਨੇਰੀ ਉਸ ਤੇ ਹੈ ਜੋ ਉਹਦੀ ਰਜ਼ਾ ਦੇ ਵਿੱਚ ਹੈ। ਜੇ ਮਨਾ ਗੁਰਬਾਣੀ ਅਨੁਸਾਰ ਚੱਲਣ ਲੱਗ ਜਾਵੇਂ ਤਾਂ ਇੱਕ ਦਿਨ ਘਨੇਰੀ ਕਿਰਪਾ ਤੇਰੇ ਤੇ ਵੀ ਹੋ ਜਾਣੀ। ਉਹ ਹੁਕਮ ਦਾ ਤੈਨੂੰ ਵੀ ਪਤਾ ਲੱਗ ਜਾਣਾ। ਜਦੋਂ ਕੋਈ ਕੈਦੀ ਮਿੱਥੇ ਸਮੇਂ ਤੇ ਬਾਹਰ ਆ ਜਾਵੇ, ਸਮਝ ਲਓ ਕਿ ਉਸਨੇ ਕੋਈ ਬਹੁਤਾ ਹੀ ਚੰਗਾ ਕੰਮ ਕੀਤਾ ਹੋਊਗਾ।
ਅਫਸਰ ਉਸ ਨੂੰ ਫਿਰ ਜੇਲ੍ਹ 'ਚ ਰੱਖ ਨਹੀਂ ਸਕਦਾ। ਫਿਰ ਉਹ ਜੇਲ੍ਹ 'ਚ ਰੱਖਣ ਦੀ ਕਿਉਂ ਚਿੰਤਾ ਕਰੂ? ਉਹ ਕਹਿੰਦਾ ਵੀ ਛੇਤੀ ਜਾ ਭਾਈ ਬਾਹਰ। ਸੋ ਇਸੇ ਤਰ੍ਹਾਂ ਹੀ ਇਹ ਸੰਸਾਰ ਵੀ ਇੱਕ ਜੇਲ੍ਹ ਹੈ। ਪਰਮੇਸ਼ਰ ਨੂੰ ਸਭ ਦੀ ਚਿੰਤਾ ਹੈ। ਜੋ ਜੋ ਪੂਰੇ ਤੌਰ ਤੇ ਹੁਕਮ ਵਿੱਚ ਹੈ, ਇੱਥੋਂ ਉਸ ਨੂੰ ਕੱਢ ਲਿਆ ਜਾਂਦਾ ਹੈ। ਹੁਕਮ ਵਿੱਚ ਚੱਲਣਾ ਹੀ ਅਸਲ ਭਗਤੀ ਹੈ। ਜਪ ਹੈ, ਤਪ ਹੈ, ਨੇਮ ਹੈ, ਸੁੱਚ ਹੈ, ਸੰਜਮ ਹੈ, ਇਹ ਸਾਰਾ ਕੁਝ ਹੁਕਮ 'ਚ ਹੈ। ਪਰ ਪਾਤਸ਼ਾਹ ਕਹਿੰਦੇ ਜਾਪ ਤਾਪ ਨੇਮ ਸੁੱਚ ਸੰਜਮ ਨਾਹੀਂ ਇਨ ਵਿਧੇ ਛੁਟਕਾਰ। ਵੀ ਜਿਹੜਾ ਤੁਸੀਂ ਜਾਪ ਤਾਪ ਆਪਣੇ ਵੱਲੋਂ ਮੰਨ ਕੇ ਕਰਦੇ ਹੋ, ਇਹਦੇ ਵਿਧੀ ਦੇ ਨਾਲ ਛੁਟਕਾਰਾ ਨਹੀਂ ਹੁੰਦਾ। ਫਿਰ ਛੁਟਕਾਰਾ ਹੁੰਦਾ ਕਿਵੇਂ? ਛੁਟਕਾਰਾ ਹੁੰਦਾ ਉਹਦੀ ਰਜ਼ਾ ਵਿੱਚ ਚੱਲ ਕੇ, ਨਦਰ ਪ੍ਰਾਪਤੀ ਨਾਲ। ਤੇ ਨਦਰ ਪ੍ਰਾਪਤੀ ਹੀ ਸੱਚਖੰਡ ਵਾਸੀ ਬਣਾਉਂਦੀ ਹੈ। ਬਾਕੀ ਤਾਂ ਪਾਤਸ਼ਾਹ ਕਹਿੰਦੇ ਕੂੜੀ ਕੂੜਾ ਠੀਸ, ਭਾਵ ਮਾਇਆ ਦੀਆਂ ਗੱਲਾਂ ਨੇ, ਕਥਾ ਕਹਾਣੀਆਂ ਨੇ ਕਿ ਕਿਸੇ ਦੇ ਪੁੱਤ ਹੋ ਗਿਆ, ਕਿਸੇ ਦੀ ਬਿਮਾਰੀ ਠੀਕ ਹੋ ਗਈ, ਕਿਸੇ ਨੂੰ ਨੌਕਰੀ ਮਿਲ ਗਈ, ਕਿਸੇ ਦਾ ਮੁੰਡਾ ਬਾਹਰ ਚਲੇ ਗਿਆ, ਕਿਸੇ ਨੂੰ ਪੈਸੇ ਮਿਲ ਗਏ, ਕੋਈ ਸੱਚਖੰਡ ਦੇ ਦਰਸ਼ਨ ਹੋ ਗਏ, ਕੋਈ ਕਹਿੰਦਾ ਮੈਨੂੰ ਆਵਾਜ਼ ਸੁਣ ਗਈ, ਕੋਈ ਕਹਿੰਦਾ ਪ੍ਰਕਾਸ਼ ਦਿਖਾਈ ਦਿੰਦਾ। ਇਹ ਸਭ ਕਥਾ ਕਹਾਣੀਆਂ ਹਨ। ਪਾਤਸ਼ਾਹ ਜੀ ਕਹਿੰਦੇ ਝੂਠਿਆਂ ਦੀਆਂ ਝੂਠੀਆਂ ਗੱਪਾਂ ਗੱਲਾਂ ਹਨ, ਮਨ ਪਰਚਾਵੇ ਲਈ ਜਾਂ ਕਿਸੇ ਅਣਜਾਣ ਦਾ ਰਸਤਾ ਖਰਾਬ ਕਰਨ ਲਈ, ਹੋਰ ਕੁਝ ਨਹੀਂ। ਤਾਂ ਹੀ ਗੁਰਬਾਣੀ ਆਖਦੀ ਹੈ ਕਿ ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀਐ ਬਾਹਰ ਬਾਹਰ। ਸੋ ਨਾਨਕ ਨਦਰੀ ਪਾਈ ਹੈ, ਕੂੜੀ ਕੂੜਾ ਠੀਸ। ਪਾਤਸ਼ਾਹ ਜੀ ਕਹਿੰਦੇ ਵੀ ਜੋ ਕੁਝ ਵੀ ਸਾਨੂੰ ਮਿਲਿਆ ਉਹਦੀ ਮਿਹਰ ਨਾਲ ਹੀ ਮਿਲਿਆ, ਉਹਦੀ ਕਿਰਪਾ ਨਾਲ ਹੀ ਮਿਲਿਆ। ਜਦੋਂ ਅਸੀਂ ਸਾਰਾ ਕੁਝ ਹੀ ਉਹਦੇ ਤੇ ਛੱਡਤਾ ਵੀ ਤੇਰੀ ਰਜ਼ਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਹੋ ਜਾਵੇ, ਕਹਿੰਦੇ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਜੋ ਕੁਝ ਵੀ ਧਰਮ ਦੇ ਨਾਂ ਦੇ ਉੱਪਰ ਕਰਦੇ ਆ, ਇਹਦਾ ਸਾਰਾ ਕੁਝ ਹੀ ਕੂੜੀ ਕੂੜਾ ਠੀਸ ਹੈ। ਹੁਣ ਕੂੜੀ ਕੂੜਾ ਠੀਸ ਕਿਉਂ ਹੈ? ਗੱਪਾਂ ਕਿਉਂ ਕਹੇ ਗੁਰੂ ਨਾਨਕ ਸਾਹਿਬ ਨੇ? ਪਾਤਸ਼ਾਹ ਕਹਿੰਦੇ ਵੀ ਸਾਰਾ ਕੁਝ ਤਾਂ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ। ਉਹ ਕਹਿੰਦੇ ਇਹਨਾਂ ਨੂੰ ਕਰਤਾਰ ਤਾਂ ਵਿਸਰਿਆ ਹੋਇਆ, ਕਰਤਾਰ ਬਾਰੇ ਤਾਂ ਚੇਤਾ ਹੀ ਨਹੀਂ ਕੁਛ। ਇਹ ਤਾਂ ਮਾਇਆ ਦੀ ਗੁਣ ਗਾਇਨ ਕਰੀ ਜਾਂਦੇ ਆ, ਮਾਇਆ ਦੇ ਗੁਣ ਗਾਇਨ ਕਰਨ ਨੂੰ ਹੀ ਨਾਮ ਜਪਣਾ ਸਮਝੀ ਜਾਂਦੇ ਆ। ਗਾਇਨ ਗੁਣ ਮਾਇਆ ਦੇ ਕਰਦੇ ਆ, ਸਮਝਦੇ ਨਾਮ ਜਪਦੇ ਆ। ਇਸੇ ਕਰਕੇ ਪਾਤਸ਼ਾਹ ਕਹਿੰਦੇ ਝੂਠ ਹੈ, ਇਹ ਗੱਪਾਂ ਨੇ, ਇਹਨਾਂ ਚੋਂ ਬਾਹਰ ਨਿਕਲੋ। ਉਹਦੀ ਰਜ਼ਾ ਦੇ ਪਾਤਰ ਬਣਨ ਦੇ ਲਈ, ਉਹਦੀ ਨਦਰ ਪ੍ਰਾਪਤ ਕਰਨ ਦੇ ਲਈ, ਹੇ ਮੇਰੇ ਮਨਾ ਤੇਰੇ ਵਾਸਤੇ ਪਾਤਸ਼ਾਹ ਨੇ ਗੁਰਬਾਣੀ ਲਿਖੀ। ਕਿੰਨੀ ਮਿਹਨਤ ਉਹਨਾਂ ਨੇ ਕੀਤੀ। ਗੁਰਬਾਣੀ ਦੇ ਅੰਦਰ ਤੈਨੂੰ ਉਪਦੇਸ਼ ਦਿੱਤਾ, ਇਸ ਉਪਦੇਸ਼ ਨੂੰ ਤੂੰ ਸਵੈਮ ਮੰਨ ਕੇ ਹੀ ਤੇਰਾ ਪਾਰ ਨਿਸਤਾਰਾ ਹੋ ਸਕਦਾ, ਨਹੀਂ ਭਵ ਸਾਗਰ ਚੋਂ ਬਾਹਰ ਤੂੰ ਜਾ ਨਹੀਂ ਸਕਦਾ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸੀ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।